ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਤੁਹਾਨੂੰ ਸੁਬਾਹ ਸੁਬਾਹ ਦਾ ਅਸੀਂ ਨਜ਼ਾਰਾ ਦਿਖਾ ਦਿੰਦੇ ਹਾਂ ਇੱਥੋਂ। ਅੱਜ ਬੜਾ ਅੱਛਾ ਦਿਨ ਨਿਕਲੇ ਆਵੇ ਔਰ ਹਵਾ ਪਰ ਠੰਡੀ ਚੱਲਦੀ ਪਈ ਏ। ਯੂਕੇ ਵਿੱਚ ਸਰਦੀ ਬਈ ਆਪਣੇ ਰਾਜ ਕਾਇਮ ਰੱਖਦੀ ਹੈ। ਕਦੀ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਤੁਸੀਂ ਉੱਠੋ ਤੁਹਾਨੂੰ ਠੰਡ ਨਾ ਲੱਗੇ। ਐਸਾ ਕੋਈ ਸੀਨ ਨਹੀਂ ਹੈ ਬਈ। ਜਦੋਂ ਤੁਸੀਂ ਉੱਠਦੇ ਹੋ ਤੁਹਾਨੂੰ ਠੰਡ ਲੱਗਣੀ ਹੈ। ਆਪਣਾ ਹਿਫਾਜ਼ਤੀ ਇਕਦਾਮਾਤ ਕਰਕੇ ਤੁਸੀਂ ਨਿਕਲਦੇ ਹੋ। ਬਜ਼ਾਹਰ ਧੁੱਪ ਹੁੰਦੀ ਹੈ ਲੇਕਿਨ ਜਿਹੜੀ ਹਵਾ ਚੱਲ ਰਹੀ ਹੁੰਦੀ ਹੈ ਉਹਦੇ ਵਿੱਚ ਠੰਡਕ ਹੁੰਦੀ ਹੈ। ਇਹ ਜਿਹੜਾ ਬੂਟਾ ਵੇ ਇਹ ਮਹਿਕਮਾ ਮੌਸਮੀਆਤ ਦਾ ਸਮਝੋ ਇੱਕ ਸਾਈਨ ਲੱਗਿਆ ਹੈ। ਜਿਹੜਾ ਮੈਂ ਖਿੜਕੀ 'ਚੋਂ ਵੀ ਉੱਪਰੋਂ ਦੇਖ ਲੈਂਦੀ ਹਾਂ ਕਿ ਜਦੋਂ ਹਿਲ ਰਹੇ ਹੁੰਦੇ ਨੇ ਪੱਤੇ ਫਿਰ ਸਮਝੋ ਵੀ ਬੜੀ ਤੇਜ਼ ਹਵਾ ਆਵੇ, ਅਤੇ ਜਦੋਂ ਪੱਤੇ ਇਹਦੇ ਬਿਲਕੁਲ ਐਸਾ ਸਿੱਧਾ ਖੜਾ ਹੋਵੇ ਫਿਰ ਸਮਝੋ ਕਿ ਬਈ ਅੱਜ ਬਾਹਰ ਠੰਡਕ ਘੱਟ ਏ। ਅਤੇ ਇਹ ਵੀ ਅੱਲਾਹ ਤਾਲਾ ਦਾ ਇੱਕ ਨਿਜ਼ਾਮ ਹੈ। ਦੇਖੋ ਕਿ ਬੂਟੇ ਜਿਹੜੇ ਨੇ ਸਾਨੂੰ ਦੱਸ ਦਿੰਦੇ ਨੇ ਕਿ ਬਾਹਰ ਮੌਸਮ ਕੈਸਾ ਵੇ। ਅਤੇ ਚਲੋ ਅਸੀਂ ਹੁਣ ਅੰਦਰ ਚੱਲਦੇ ਹਾਂ। ਅਸੀਂ ਜਾ ਕੇ ਆਪਣਾ ਕੰਮ ਕਾਜ ਰੂਟੀਨ ਦਾ ਸ਼ੁਰੂ ਕਰੀਏ, ਖਾਣਾ ਛਾਣਾ ਬਣਾਈਏ ਅਤੇ ਆਪਣਾ ਕੀ ਕਹਿੰਦੇ ਨੇ ਤੁਹਾਡੇ ਨਾਲ ਗੱਪਸ਼ਪ ਕਰੀਏ। ਅੱਜ ਪੱਕ ਰਹੇ ਜੀ ਭਿੰਡੀਆਂ ਫਰਾਈ। ਭਿੰਡੀ ਕਰਾਂਗੇ ਅਸੀਂ ਇਸ ਲੰਬੇ ਲੰਬੇ ਨੂੰ ਕੱਟ ਲਿਆ ਭਿੰਡੀ ਨੂੰ, ਅਤੇ ਨਾਲ ਅਸੀਂ ਬਣਾਵਾਂਗੇ ਤੜਕੇ ਵਾਲੇ ਚੌਲ। ਜਿਹੜੇ ਆਲੂਆਂ ਵਾਲੇ ਹੁੰਦੇ ਨੇ ਚੌਲ, ਆਲੂ ਵਾਲੇ ਕਹਿ ਲਓ, ਸਾਦੇ ਤੜਕੇ ਵਾਲੇ ਨਹੀਂ ਨੇ, ਪਰ ਵਿੱਚ ਅਸੀਂ ਆਲੂ ਪਾ ਲਾਂਗੇ। ਤਿਆਰੀ ਅਸੀਂ ਸ਼ੁਰੂ ਕਰ ਦਿੱਤੀ ਹੈ। ਭਿੰਡੀ ਕੱਟਣ 'ਚ ਖਾਸਾ ਟਾਈਮ ਲੱਗਦਾ ਹੈ, ਮੈਂ ਕੱਟ ਲਈਏ ਅਤੇ ਨਾਲ ਮੈਂ ਹੁਣ ਕਟਿੰਗ ਕਰਾਂਗੇ ਇਸ ਦੀ। ਅਤੇ ਖਾਣਾ ਪਕਾਉਣਾ ਅਸੀਂ ਸਟਾਰਟ ਕਰ ਰਹੇ ਹਾਂ। ਅਸੀਂ ਨਾਲ ਕਰਾਂਗੇ ਭਿੰਡੀ ਫਰਾਈ ਕਰਾਂਗੇ ਔਰ ਨਾਲ ਅਸੀਂ ਆਲੂਆਂ ਵਾਲੇ ਚੌਲ ਪਕਾਵਾਂਗੇ। ਚੌਲ ਅਸੀਂ ਭਿਓ ਕੇ ਰੱਖੇ ਹੋਏ ਨੇ। ਅਤੇ ਚਲੋ ਜੀ ਅਸੀਂ ਸਟਾਰਟ ਕਰਨੇ ਆ। ਚੁੱਲ੍ਹਾ ਖੋਲ੍ਹਦੇ ਹਾਂ। ਅਸੀਂ ਇਹ ਵਾਲਾ ਚੁੱਲ੍ਹਾ ਵੀ ਖੋਲ੍ਹ ਦਿੰਦੇ ਹਾਂ ਤਾਂ ਕਿ ਅੱਛੀ ਦਾ ਆਇਲ ਗਰਮ ਹੋ ਜਾਏ, ਕਿਉਂਕਿ ਅਸੀਂ ਭਿੰਡੀ ਫਰਾਈ ਕਰਨੀ ਹੈ। ਅਤੇ ਚਲੋ ਜੀ ਆਇਲ ਸਾਡਾ ਖ਼ਤਮ ਹੈ। ਅਸੀਂ ਦੂਸਰੀ ਬੋਤਲ ਲੈ ਕੇ ਆਉਂਦੇ ਹਾਂ ਆਇਲ ਦੀ। ਨਵੀਂ ਬੋਤਲ ਅਸੀਂ ਕੱਢ ਲਈਏ ਅਤੇ ਆਇਲ ਅਸੀਂ ਪਾ ਲਿਆ ਵੇ। ਹੁਣ ਅਸੀਂ ਕੱਢ ਲਵਾਂਗੇ ਇੱਥੋਂ ਚਾਵਲ ਪਕਾਉਣ ਵਾਲਾ ਚਮਚ। ਅਤੇ ਚਲੋ ਜੀ ਆਇਲ ਸਾਡਾ ਹੋ ਗਿਆ ਗਰਮ। ਇਹਦੇ ਵਿੱਚ ਅਸੀਂ ਪਾ ਦਾਂਗੇ ਪਿਆਜ਼। ਆਲੂ ਵਾਲੇ ਚਾਵਲ ਜਾਂ ਸਾਦੇ ਤੜਕੇ ਵਾਲੇ ਚੌਲ ਹੋਣ, ਨਾਲ ਇਸ ਤਰ੍ਹਾਂ ਭਿੰਡੀ ਫਰਾਈ ਕਰਕੇ ਤੁਸੀਂ ਟੇਸਟ ਕਰਿਓ, ਜਾਂ ਕਹਿ ਦਿਓ ਕਿ ਇੱਕ ਦਫਾ ਟਰਾਈ ਕਰਿਓ। ਬਹੁਤ ਮਜ਼ੇ ਦੀ ਲੱਗਦੀ। ਸਿੱਧੀ ਸਿੱਧੀ ਭਿੰਡੀ ਕੱਟਣੀ ਹੈ ਤੁਸੀਂ ਇਸ ਤਰ੍ਹਾਂ ਔਰ ਉਹਨੂੰ ਬਸ ਫਰਾਈ ਕਰ ਲੈਣਾ। ਹਲਕਾ ਜਿਹਾ ਮੈਂ ਨਮਕ ਉੱਪਰ ਪਾਵਾਂਗੀ, ਛਿੜਕਾਂਗੀ, ਔਰ ਇੰਨੀ ਮਜ਼ੇਦਾਰ ਲੱਗਦੀ ਹੈ। ਤੜਕੇ ਵਾਲੇ ਚੌਲ ਹੋਣ, ਪੁਲਾਓ ਹੋਵੇ, ਲੇਕਿਨ ਅਸੀਂ ਤਾਂ ਜ਼ਿਆਦਾਤਰ ਜਾਂ ਤਾਂ ਸਾਦੇ ਤੜਕੇ ਵਾਲੇ ਚੌਲ ਨਾ ਬਣਾਉਂਦੀ ਹਾਂ ਮੈਂ, ਜਾਂ ਫਿਰ ਥੋੜ੍ਹੇ ਜਿਹੇ ਆਲੂ ਪਾ ਲੈਂਦੇ ਹਾਂ, ਕਿਉਂਕਿ ਆਲੂ ਐਸੀ ਚੀਜ਼ ਹੈ ਕਿ ਵੀ ਬੱਚੇ ਸਾਰੇ ਖੁਸ਼ ਹੋ ਜਾਂਦੇ ਨੇ ਆਲੂ ਦੇ ਨਾਂ 'ਤੇ, ਉਹਦਾ ਸਾਰੀ ਪਬਲਿਕ ਖੁਸ਼ ਹੋ ਜਾਂਦੀ ਹੈ। ਅਤੇ ਅਸੀਂ ਹਲੇ ਕੌਫੀ ਪੀਤੀ ਸੀ ਜਿਹੜੀ ਵਿੱਚ ਦਰਮਿਆਨ ਵਿੱਚ ਸਾਰੇ ਭਾਂਡੇ ਖਿਲਰੇ ਪਏ ਨੇ, ਪਰ ਹਾਂਡੀ ਬਣਾਵਾਂ ਅਤੇ ਫਿਰ ਅਸੀਂ ਮਸ਼ੀਨ ਖਾਲੀ ਕਰਾਂਗੇ। ਸ਼ਮਾ ਨੇ ਕਿਹਾ ਕਿ ਤੁਸੀਂ ਬੜਾ ਵੀ ਸਾਨੂੰ ਮੋਟੀਵੇਟ ਕੀਤਾ ਵੇ ਤੁਹਾਡੀ ਵੀਡੀਓ ਦੇਖ ਕੇ। ਅਸੀਂ ਵੀ ਫਟਾਫਟ ਸਮੋਸਿਆਂ ਦੀ ਤਿਆਰੀ ਲਈ ਚੱਲੇ ਹਾਂ। ਤੁਸੀਂ ਤਾਂ ਰੋਲ ਸ਼ੋਲ ਬਣਾ ਲਏ ਨੇ, ਅਤੇ ਅਸੀਂ ਵੀ ਹੁਣ ਤੁਹਾਡੀ ਵੀਡੀਓ ਦੇਖ ਕੇ ਅਤੇ ਅਸੀਂ ਵੀ ਸਮੋਸੇ ਬਣਾਉਣ ਲੱਗੇ ਹਾਂ। ਵੀ ਬਹੁਤ ਚੰਗੀ ਗੱਲ ਹੈ ਅਤੇ ਬਹੁਤ ਹੀ ਚੰਗੀ ਗੱਲ ਹੈ ਕਿ ਇੱਕ ਦੂਸਰੇ ਨੂੰ ਦੇਖ ਕੇ ਹਿੰਮਤ ਫੜੋ, ਥੋੜ੍ਹੀ ਥੋੜ੍ਹੀ ਹਿੰਮਤ ਕਰੋ ਸਾਰੇ, ਤਾਂ ਕਿ ਰੋਜ਼ਿਆਂ ਤੋਂ ਪਹਿਲੋਂ ਖਾਸ ਕੰਮ ਨਿਪਟਾ ਲਈਏ ਅਸੀਂ। ਨਾਲ ਹੀ ਅਸੀਂ ਸ਼ਾਮਿਲ ਕਰ ਦਾਂਗੇ ਇਹਦੇ ਵਿੱਚ ਜ਼ੀਰਾ। ਚਿੱਟਾ ਜ਼ੀਰਾ ਬਹੁਤ ਚੰਗਾ ਲੱਗਦਾ ਚੌਲਾਂ ਵਿੱਚ। ਆਲੂਆਂ ਵਾਲੇ ਚੌਲਾਂ 'ਚ ਪਾਓ, ਸਾਦੇ ਤੜਕੇ 'ਚ ਇਹਦੀ ਆਪਣੀ ਹੀ ਖੁਸ਼ਬੂ ਹੁੰਦੀ ਹੈ। ਥੋੜ੍ਹਾ ਜਿਹਾ ਉਸ ਕਰ ਲਾਂਗੇ ਤਾਂ ਕਿ ਜ਼ੀਰੇ ਦੀ ਖੁਸ਼ਬੂ ਜਿਹੜੀ ਹੈ ਇਹਦੇ ਵਿੱਚ ਆ ਜਾਵੇ। ਪਿਆਜ਼ ਦਾ ਕਲਰ ਬੜਾ ਖੂਬਸੂਰਤ ਆ ਗਿਆ ਵੇ। ਇਹਦੇ ਵਿੱਚ ਪਾ ਦਾਂਗੇ ਅਸੀਂ ਟਮਾਟਰ, ਹਰੀ ਮਿਰਚ। ਨਾਲ ਹੀ ਅਸੀਂ ਛੋੜ ਦੇਵਾਂਗੇ ਆਲੂ, ਬੜੇ ਕੱਟ ਕੇ ਰੱਖੇ ਹੋਏ ਆਲੂ। ਨਾਲ ਹੀ ਅਸੀਂ
शामिल कर देवांगे नमक। नमक ज़ाहिर हर कोई अपने जायके के हिसाब के नाल पाएगा कि तेज़ कर दे, लेकिन चावलों में तो ज़ाहिर चावलों के हिसाब नाल पावांगे असीं नमक। इनू हल्की अग करके थोड़ी देर छड्ड देवांगे ताकि आलू और टमाटर अच्छी तरह टमाटर दे विच गल जाए। असीं इहदा चुल्हा कर देंगे बिल्कुल स्लो। लो जी बिल्कुल स्लो कर दिता असीं। हले मैं जो नमक है वापस नहीं रखिया, मैं एक दफ़ा चख लवांगी, अगर मैनूं कमी बेशी लगेगी तो ठीक है, फिर असीं वापस रख देंगे। तो ये ऑयल वाली पुरानी शीशी है, यह भी असीं नहीं सुट्टी, इनू मूदा करके रख दिता वे कि थोड़ा जिहा ऑयल जिहड़ा आ जाएगा, असीं उहनूं भी ज़ाया नहीं करांगे। जुगाड़ू कौम दा यही निशानी है कि तुसी अपनी कोई भी चीज़ ज़ाया नहीं करते हो। भाई क्यों ज़ाया करिए, पैसे दे के खरीद के लैके आने इस तो इनू ज़ाया नहीं करना चाहिए, इनू आखिरी कतरे तक निचोड़ लेना चाहिए। तो चलो भाई ये देखने गर्म हो गया ऑयल, थोड़ा जा होर गर्म हो जाए तो असी कटी भिंडी ये पा देवांगे। ये भी असी कढ़ लेने चम्मच, यदा चम्मच कित्थे गया बई, यदा चम्मच नीचे वाले दराज च पिया वे, असी इनू कढ़ लेने। चलो जी ऑयल साडा गर्म हो चुकी है, ट्रे विच मैं बिछा लईए, टिशू बिछा लिया वे ताकि असीं भिंडी जो फ्राई करके कढ़ांगे ये पा लवांगे। तो असीं हुण इहदे भिंडी पाने बहुत आसान रेसिपी है, इस तो ज़्यादा आसान रेसिपी मेरा ख्याल भिंडी की कोई नहीं हो सकती कि तुम कट्टो और बस थोड़ा जहा असीं फ्राई कर लवांगे, उसते नमक पा देवांगे, लेकिन चावलों के नाल लाजवाब बहुत ही मज़ा लगता है। असीं अपने आलूआं नूं एक दफ़ा चैक कर लेने, भिंडी तो असीं पा दी है, आलू नूं चैक करने कि भैया कित्थे तक पहुँचे हैं। सारे टमाटर गल गया वे और प्याज भी थोड़ा खासा नरम हो गया वे। तो सोने दे शामिल कर देवांगे पानी। आलू सारे कहते पे सन पिछा मुड़ वे माइया तेरी लोड़ पै गई, कि सन तो पुछया ही नहीं। पिछा मुड़ वे ढोला तेरी लोड़ पै गई, पिछा मुड़ वे माइया तेरी लोड़ पै गई। तो लो बई लोड़ पै गई आलूआं नूं साडी, असीं इहदे पा दिता पानी। ते हुण इहनूं थोड़ा जिहा उबाले छुबाले आण, फिर असीं नमक चैक करांगे। इहदे विच जदों तक उबाले छुबाले आंदे ने आलूआं नूं असीं अपने बर्तन इत्थों कढ़ लेने, धुल चुके ने बर्तन, ताकि असीं दूसरे बर्तन इहदे च ला दईए, जल्दी जल्दी असीं अपना काम नबेड़ लईए। अपने बर्तन सारे मशीन चों कढ़ के इहदे विच ला दित्ते ने, ते प्लेटां वगैरह भी सारियां इत्थे चुन दित्तियां ने। चलो भी काफ़ी काम साडा हल्का हो गया। तो हुण असीं देखिए कि यह जो आलू जड़े ने भिंडी तो पक ही रही है, उबाला आ गया वे आलू, क्योंकि दम विच भी पकणगे, पर एक दो उबाला मैं और दवा देनी है तो आलू सख्त ना रह जाए। जरा जो होर उबल जाए जब तक असीं थोड़ा जिहा भिंडी नूं हिला देने। खाना साडा पकता पिया, नाल नाल असीं अपने कामकाज भी निपटा लेने, ते नाल नाल असीं गपशप भी अपनी कर लीए। तो कितना चंगा पिया लगता है ना कि नाल असीं गपशप भी कर रहे हैं, ना असीं भिंडियां फ्राई कर रहे हैं, तो नाल नाल असीं आलूआं वाले चौल पका रहे हैं। बहुत बहुत आसान है ये सारिया चीज़ां। खाना पकाना मेरा ख्याल मुश्किल काम नहीं है, आसान ही काम है, आसानी के नाल हो जाता है। कोई ऐसा मारका मारन वाली चीज़ नहीं होंदी है, किसी खुश दिली नाल भी सारा काम कर सकते हो। तो चलो भी हम मैं देखा, मैंने बड़ा सही डर है मेरे हाथ से पाप ना पै जाए, अक्सर पै जाती होंगी मेरी बदहतियाती की वजह के नाल। थोड़ा जहा बड़े स्टाइलों के नाल चुक लिया, तो चलो भी इन्हूं इत्थे रखने। तो हुण असीं इहदे विच शामिल करने चावल। चावल असीं शामिल कर दिते ने इहदे विच।
ਚਲੋ ਜੀ, ਥੋੜਾ ਜਿਹਾ ਉਬਾਲ ਆਏਗਾ ਫਿਰ ਅਸੀਂ ਨਮਕ ਇਹਦਾ ਚੱਖਾਂਗੇ। ਤੇ ਬਾਕੀ ਇਸ ਤਰਫ ਸਾਡੀ ਭਿੰਡੀ ਵੀ ਜਿਹੜੀ ਹੈ ਢੱਕਣ ਢੱਕ ਦਈਏ। ਭਿੰਡੀ ਵੀ ਤਕਰੀਬਨ ਸਾਡੀ ਤਿਆਰੀ ਦੇ ਮਰਾਹਿਲ ਵਿੱਚ ਪਹੁੰਚ ਚੁੱਕੀ ਹੈ। ਨਾਯਾਬ ਜ਼ਮਾਨੇ ਜਿਹੜੇ ਸਨ ਸਾਡੇ, ਉਹਨਾਂ ਵਿੱਚ ਆਲੂਆਂ ਵਾਲੇ ਚੌਲ ਸਾਰੇ ਫਹਿਰਿਸਤ ਸੀ। ਹੁਣ ਤੇ ਬਿਰਿਆਨੀ ਨੇ ਉਹਦੀ ਜਗ੍ਹਾ ਲੈ ਲਈ ਹੈ। ਕੋਈ ਮਹਿਮਾਨ ਆਉਂਦਾ ਸੀ ਉਦੋਂ ਪੁਲਾਓ ਹੁੰਦਾ ਸੀ, ਨਹੀਂ ਤੇ ਸਾਦੇ ਤੜਕੇ ਵਾਲੇ ਚੌਲ ਜਾਂ ਫਿਰ ਆਲੂਆਂ ਵਾਲੇ ਚੌਲ ਬੱਚੇ ਖੁਸ਼ ਹੋ ਕੇ, ਬਹੁਤ ਖੁਸ਼ ਹੋ ਕੇ ਖਾਂਦੇ ਸਨ। ਸਾਡੇ ਘਰ ਹਲੇ ਵੀ ਖਰ ਪੱਕਦੇ ਨੇ, ਲੇਕਿਨ ਹੁਣ ਉਹਨਾਂ ਦੀ ਉਹ ਵੈਲਿਊ ਨਹੀਂ ਰਹੀ ਜਿਹੜੀ ਕਿਸੇ ਜ਼ਮਾਨੇ 'ਚ ਨਾ ਚਾਵਲਾਂ ਦੀ ਹੁੰਦੀ ਸੀ। ਹੁਣ ਤੇ ਆਲੂ ਵਾਲੇ ਚਾਵਲ ਜ਼ਿਆਦਾਤਰ ਬੱਚੇ ਪਸੰਦ ਨਹੀਂ ਕਰਦੇ ਨੇ। ਤੇ ਬਹਿਰਹਾਲ ਇਹ ਜੀ ਸਾਡੀ ਇੱਕ ਭਿੰਡੀ ਇੱਕ ਦਫਾ ਅਸੀਂ ਫਰਾਈ ਕਰਕੇ ਕੱਢ ਲਈਏ, ਦੂਸਰੀ ਦਫਾ ਅਸੀਂ ਪਾ ਦਿੱਤੀ ਹੈ। ਹੁਣ ਅਸੀਂ ਚਾਵਲਾਂ ਨੂੰ ਦੇ ਦਾਂਗੇ ਦਮ। ਭਿੰਡੀ ਹੋ ਗਈ ਹੈ ਵੀ ਫਰਾਈ। ਹੁਣ ਅਸੀਂ ਇਹਦੇ ਉੱਤੇ ਨਮਕ ਥੋੜ੍ਹਾ ਜਿਹਾ ਕਰ ਲਵਾਂਗੇ ਔਰ ਇਹਨੂੰ ਮਿਕਸ ਕਰ ਲਵਾਂਗੇ, ਨਮਕ ਪਾ ਕੇ ਹਲਕਾ ਜਿਹਾ, ਜਿੰਨਾ ਵੀ ਤੁਸੀਂ ਪਾਉਣਾ ਚਾਹੋ ਪਾ ਕੇ ਇਹਨੂੰ ਅੱਛੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰ ਲਾਂਗੇ। ਗਰਮਾ ਗਰਮ ਆਲੂ ਵਾਲੇ ਚਾਵਲ ਤਿਆਰ ਹੋ ਗਏ ਨੇ, ਭਿੰਡੀ ਵੀ ਸਾਡੀ ਨਾਲ ਤਿਆਰ ਹੈ ਤੇ ਅਸੀਂ ਹੁਣ ਖਾਵਾਂਗੇ ਖਾਣਾ ਕੱਢਣ ਲੱਗੀ ਹਾਂ ਮੈਂ, ਤੁਹਾਨੂੰ ਦਿਖਾ ਦੇਵਾਂ ਇਹਦੀ ਫਾਈਨਲ ਲੁੱਕ ਜਿਹੜੀ ਹੈ। ਦੇਖ ਲਵੋ ਬਈ, ਆਲੂ ਵਾਲੇ ਚਾਵਲ। ਖਾਣਾ ਹੋ ਗਿਆ ਸਾਡਾ ਤਿਆਰ ਤੇ ਅਸੀਂ ਖਾਣਾ ਖਾਣ ਲੱਗੇ ਹਾਂ। ਤੇ ਅਸਮਾਨ ਦਾ ਰੰਗ ਦੇਖੋ, ਮੈਨੂੰ ਬੜਾ ਹੀ ਖੂਬਸੂਰਤ ਲੱਗਿਆ। ਮੈਂ ਇਸ ਤਰਫ ਆ ਗਈ, ਮੈਂ ਕਿਹਾ ਤੁਹਾਨੂੰ ਵੀ ਦਿਖਾ ਦੇਵਾਂ ਤੇ ਕਿੰਨਾ ਹਸੀਨ ਪਿਆ ਲੱਗਦਾ ਅਸਮਾਨ। ਤੇ ਮੇਰੇ ਵੱਲੋਂ ਅੱਲਾ ਹਾਫਿਜ਼ ਤੇ ਰੱਬ ਰਾਖਾ।